ਹੈਲੋ ਸਟੂਡੈਂਟਸ, ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੈਨ ਧਰਮ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੈਨ ਸ਼ਬਦ ਦਾ ਜਿਹੜਾ ਅਰਥ ਹੈ ਉਹ ਸੰਸਕ੍ਰਿਤ ਦੀ ਭਾਸ਼ਾ ਦੇ ਸ਼ਬਦ ਜਨ ਤੋਂ ਨਿਕਲਿਆ, ਜਿਸ ਦਾ ਮਤਲਬ ਹੁੰਦਾ ਵਿਜੇਤਾ। ਜਨ ਦਾ ਮਤਲਬ ਵਿਜੇਤਾ। ਤਾਂ ਵਿਜੇਤਾ ਤੋਂ ਭਾਵ ਉਹ ਵਿਅਕਤੀ ਜਿਸ ਨੇ ਆਪਣੀ ਇੰਦਰੀਆਂ ਅਤੇ ਮਨ ਨੂੰ ਜਿੱਤ ਲਿਆ ਹੋਵੇ। ਜੈਨ ਧਰਮ ਨੂੰ ਸ਼ੁਰੂ ਦੇ ਵਿੱਚ ਨਿਰਗ੍ਰੰਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਤਾਂ ਨਿਰਗ੍ਰੰਥ ਦਾ ਮਤਲਬ ਸੀ ਰਹਿਤ, ਬੰਧਨਾਂ ਤੋਂ ਰਹਿਤ ਜਾਂ ਮੁਕਤ, ਕੋਈ ਬੰਧਨਾਂ 'ਚ ਨਾ ਬੱਝਿਆ ਹੋਇਆ। ਤਾਂ ਜੈਨ ਆਚਾਰੀਆ ਸੀ ਜਿਹੜੇ ਨੇਤਾ ਸੀ, ਮਤਲਬ ਮੋਢੀ ਸੀ ਇਹਨਾਂ ਦੇ, ਜਾਂ ਕਹਿ ਦਈਏ ਆਪਾਂ ਜਿਹੜੇ ਆਗੂ ਸੀ, ਉਹਨਾਂ ਨੂੰ ਤੀਰਥੰਕਰ ਵੀ ਕਿਹਾ ਜਾਂਦਾ ਸੀ। ਤਾਂ ਤੀਰਥੰਕਰ ਤੋਂ ਭਾਵ ਪੁਲ ਬਣਾਉਣ ਵਾਲਾ ਜਾਂ ਸੰਸਾਰ ਦੇ ਭਾਵ ਸਾਗਰ ਤੋਂ ਪਾਰ ਕਰਨ ਵਾਲਾ ਗੁਰੂ। ਜੈਨ ਦਰਸ਼ਨ ਨੂੰ ਅਰਹਤ ਦਰਸ਼ਨ ਵੀ ਕਿਹਾ ਜਾਂਦਾ ਹੈ। ਅਰਹਤ ਤੋਂ ਭਾਵ ਹੈ ਪੂਜਣ ਯੋਗ। ਤਾਂ ਜੈਨ ਧਰਮ ਨੂੰ ਮੰਨਣ ਵਾਲੇ ਸਾਰੇ ਜੈਨੀ ਅਖਵਾਉਂਦੇ ਸੀ। ਤਾਂ 24 ਤੀਰਥੰਕਰਾਂ ਵਿੱਚ ਉਹ ਵਿਸ਼ਵਾਸ ਰੱਖਦੇ ਸਨ। ਤਾਂ 24 ਤੀਰਥੰਕਰ ਕਿਹੜੇ ਕਿਹੜੇ ਸਨ? ਤਾਂ ਸਭ ਤੋਂ ਪਹਿਲੇ ਨੇ ਜਿਹਨਾਂ ਨੂੰ ਮੋਢੀ ਮੰਨਿਆ ਜਾਂਦਾ ਉਹ ਹੈ ਰਿਸ਼ਵਦੇਵ। ਸਭ ਤੋਂ ਪਹਿਲੇ ਰਿਸ਼ਵਦੇਵ। ਸੈਕੰਡ ਹੈ ਜੀ ਅਜਿਤ। ਤਾਂ ਅਸੀਂ ਇਹਨਾਂ ਦੇ ਵਿੱਚੋਂ ਜੋ ਮੇਨ ਤਿੰਨ ਨੇ, ਜਿਹੜੇ ਮੋਢੀ ਹੈ, ਅਤੇ 23ਵੇਂ ਪਾਰਸ਼ਵਨਾਥ ਅਤੇ 24ਵੇਂ ਮਹਾਂਵੀਰ। ਇਹਨਾਂ ਬਾਰੇ ਅਸੀਂ ਜਿਹੜੀ ਅੱਜ ਗੱਲਬਾਤ ਉਹ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਜੀ ਰਿਸ਼ਵਨਾਥ ਦੇ ਬਾਰੇ। ਤਾਂ ਰਿਸ਼ਵਨਾਥ ਨੂੰ ਜਿਹੜਾ ਜੈਨ ਧਰਮ ਦਾ ਮੋਢੀ ਮੰਨਿਆ ਜਾਂਦਾ, ਤਾਂ ਉਹਨਾਂ ਦਾ ਜਨਮ ਸੀ ਜਿਹੜਾ ਅਯੋਧਿਆ ਵਿੱਚ ਹੋਇਆ ਸੀ। ਉਹਨਾਂ ਨੇ ਉੱਥੇ ਕਈ ਵਾਰਾਂ ਤੱਕ ਰਾਜ ਕੀਤਾ। ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਆਪਣੇ ਪੁੱਤਰ ਭਰਤ ਨੂੰ ਸੌਂਪ ਦਿੱਤਾ ਅਤੇ ਆਪ ਖੁਦ ਸੰਸਾਰ ਤਿਆਗ ਕੇ ਤਪੱਸਿਆ ਵੱਲ ਲੱਗ ਗਏ। ਅੰਤ ਉਹਨਾਂ ਨੂੰ ਜਿਹੜਾ ਗਿਆਨ ਦੀ ਪ੍ਰਾਪਤੀ ਹੋਈ, ਤਾਂ ਲੋਕਾਂ ਨੂੰ ਉਸ ਗਿਆਨ ਬਾਰੇ ਉਹਨਾਂ ਨੇ ਉਪਦੇਸ਼ ਦਿੱਤਾ। ਅਤੇ ਪਹਿਲੇ ਤੀਰਥੰਕਰ ਆਖੇ ਜਾਂਦੇ ਰਿਸ਼ਵਨਾਥ। ਉਸ ਤੋਂ ਬਾਅਦ ਜਿਹੜੇ 21 ਹੋਰ ਤੀਰਥੰਕਰ ਹੋਏ, ਉਹਨਾਂ ਬਾਰੇ ਜੈਨੀ ਪਰੰਪਰਾ ਅਨੁਸਾਰ ਜਾਂ ਜੈਨੀ ਰਵਾਇਤਾਂ ਅਨੁਸਾਰ ਉਹਨਾਂ ਦਾ ਜ਼ਿਕਰ ਆਉਂਦਾ ਹੈ। ਤਾਂ 23ਵੇਂ ਤੀਰਥੰਕਰ ਸੀ ਪਾਰਸ਼ਵਨਾਥ ਅਤੇ 24ਵੇਂ ਭਗਵਾਨ ਮਹਾਂਵੀਰ। ਤਾਂ ਸਵਾਮੀ ਪਾਰਸ਼ਵਨਾਥ ਜਿਹੜੇ 23ਵੇਂ ਤੀਰਥੰਕਰ ਨੇ, ਉਹਨਾਂ ਦਾ ਜਨਮ ਸੀ ਜਿਹੜਾ 250 ਵਰ੍ਹੇ ਪਹਿਲਾਂ ਬਨਾਰਸ ਦੇ ਰਾਜੇ ਮਹਾਂਵੀਰ ਦੇ ਜਨਮ ਤੋਂ 250 ਵਰ੍ਹੇ ਪਹਿਲਾਂ, ਮਹਾਂਵੀਰ ਦੇ ਜਨਮ ਤੋਂ 250 ਵਰ੍ਹੇ ਪਹਿਲਾਂ ਬਨਾਰਸ ਦੇ ਰਾਜੇ ਅਸ਼ਵਸੇਨ ਦੇ ਘਰ ਹੋਇਆ ਸੀ। ਤਾਂ ਉਸ ਦੀ ਮਾਤਾ ਦਾ ਨਾਂ ਸੀਗਾ ਜੀ ਵਾਮਾ ਦੇਵੀ। ਪਾਰਸ਼ਵਨਾਥ ਦੇ ਪਿਤਾ ਦਾ ਨਾਂ ਅਸ਼ਵਸੇਨ ਅਤੇ ਮਾਤਾ ਵਾਮਾ ਦੇਵੀ। ਉਹਨਾਂ ਦਾ ਬਚਪਨ ਸੀ ਜਿਹੜਾ ਬੜਾ ਐਸ਼ੋ ਆਰਾਮ ਨਾਲ ਬਤੀਤ ਹੋਇਆ ਪਾਰਸ਼ਵਨਾਥ ਦਾ। ਤਾਂ 30 ਵਰ੍ਹਿਆਂ ਦੀ ਉਮਰ ਵਿੱਚ ਪਾਰਸ਼ਵਨਾਥ ਨੇ ਆਪਣੇ ਸਾਰੇ ਸੁੱਖਾਂ ਦੁੱਖਾਂ ਦਾ ਜਿਹੜਾ ਤਿਆਗ ਉਹ ਕਰ ਦਿੱਤਾ। ਤਾਂ ਤਪੱਸਿਆ ਵਿੱਚ ਨਿਕਲੇ। ਤਾਂ 83 ਦਿਨ ਉਹਨਾਂ ਨੇ ਘੋਰ ਤਪ ਦੇ ਮਗਰੋਂ ਗਿਆਨ ਦੀ ਪ੍ਰਾਪਤੀ। ਕਿੰਨੇ ਦਿਨ? 83 ਦਿਨਾਂ। ਤਾਂ ਜੀਵਨ ਦੇ ਜਿਹੜੇ ਬਾਕੀ 70 ਵਰ੍ਹੇ ਉਹਨਾਂ ਨੇ ਆਪਣੇ ਧਰਮ ਪ੍ਰਚਾਰ ਦੇ ਵਿੱਚ ਲਾਇਆ। 777 ਈਸਵੀ ਪੂਰਵ ਵਿੱਚ ਲਗਭਗ ਉਹਨਾਂ ਨੂੰ ਬਿਹਾਰ ਦੇ ਮਾਊਂਟ ਸਮੇਤਾ ਨਾਮਕ ਪਹਾੜੀ 'ਤੇ ਨਿਰਵਾਣ ਪ੍ਰਾਪਤ ਹੋਇਆ। ਬਿਹਾਰ ਦੇ 777 ਈਸਵੀ ਪੂਰਵ ਦੇ ਵਿੱਚ ਮਾਊਂਟ ਸਮੇਤਾ ਪਹਾੜੀ 'ਤੇ ਜਿਹੜਾ ਸੀ ਉਹਨਾਂ ਨੂੰ ਨਿਰਵਾਣ ਪ੍ਰਾਪਤ ਹੋਇਆ। ਤਾਂ ਸਵਾਮੀ ਪਾਰਸ਼ਵਨਾਥ ਦੀਆਂ ਸਿੱਖਿਆਵਾਂ ਨੂੰ ਚਤੁਰਯਾਮ ਜਾਂ 4 ਪ੍ਰਣ ਕਹਿੰਦੇ, ਕਿਉਂਕਿ 4 ਸੀਗੀਆਂ ਤਾਂ ਕਰਕੇ 4 ਪ੍ਰਣ ਕਿਹਾ ਜਾਂਦਾ। ਤਾਂ ਕਿਹੜੀਆਂ ਕਿਹੜੀਆਂ ਸੀਗੀਆਂ? ਅਹਿੰਸਾ ਭਾਵ ਜਾਨਦਾਰ ਚੀਜ਼ਾਂ ਨੂੰ ਕਸ਼ਟ ਨਾ ਪਹੁੰਚਾਉਣਾ। ਸੁਨਿੱਤਰ ਝੂਠ ਨਾ ਬੋਲਣਾ। ਅਸਤੇਯ ਬਿਨਾਂ ਦਿੱਤਿਆਂ ਕੁਝ ਨਹੀਂ ਲੈਣਾ। ਅਪਰਿਗ੍ਰਹਿ ਤਾਂ ਸੰਸਾਰਕ ਪਦਾਰਥਾਂ ਨਾਲ ਮੋਹ ਨਾ ਪਾਓ। ਅਹਿੰਸਾ, ਸੁਨਿੱਤਰ, ਅਸਤੇਯ, ਅਪਰਿਗ੍ਰਹਿ। ਤਾਂ ਲਾਸਟ ਦੇ ਵਿੱਚ ਫਿਰ ਬਾਅਦ ਵਿੱਚ ਭਗਵਾਨ ਮਹਾਂਵੀਰ ਨੇ ਇਹਦੇ ਵਿੱਚ ਇੱਕ ਹੋਰ ਜੋੜਤੀ ਸੀ ਬ੍ਰਹਮਚਰਿਆ। ਤਾਂ ਉਹਨਾਂ ਨੇ 5 ਕਿਹਾ ਸੀਗਾ। 5 ਜਿਹੜੇ ਸੀ ਚਤੁਰਯਾਮ ਦੇ ਵਿੱਚ ਵਾਧਾ ਕਰਤਾ ਸੀ ਉਹਨਾਂ ਨੂੰ।
5 ਬਣਾਤਾ ਸੀ। ਤਾਂ ਹੁਣ ਅਸੀਂ ਗੱਲ ਕਰਾਂਗੇ ਭਗਵਾਨ ਮਹਾਵੀਰ ਦੇ ਜੀਵਨ ਬਾਰੇ, ਲਾਈਫ ਆਫ ਲਾਰਡ ਮਹਾਵੀਰ। ਤਾਂ ਮਹਾਵੀਰ ਦਾ ਜਨਮ ਸੀ ਜਿਹੜਾ 599 ਈਸਵੀ ਪੂਰਵ ਨੂੰ ਵੈਸ਼ਾਲੀ ਬਿਹਾਰ ਦੇ ਵਿੱਚ, ਤਾਂ ਉੱਥੇ ਕੁੰਡਗ੍ਰਾਮ ਵਿਖੇ ਹੋਇਆ ਸੀ। ਵੈਸ਼ਾਲੀ ਦੇ ਵਿੱਚ ਕੁੰਡਗ੍ਰਾਮ ਵਿਖੇ ਹੋਇਆ। ਤਾਂ ਕੁਝ ਇਤਿਹਾਸਕਾਰਾਂ ਵਿੱਚ ਜਨਮ ਮਿਤੀ ਨੂੰ ਲੈ ਕੇ ਜਿਹੜੋ ਵੱਖ-ਵੱਖ ਵਿਚਾਰ ਹੈ, ਕੁਝ 540 ਵੀ ਦੱਸਦੇ ਆ। ਤਾਂ ਸਵਾਮੀ ਮਹਾਵੀਰ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਵਰਧਮਾਨ ਸੀ। ਪਿਤਾ ਦਾ ਨਾਮ ਸਿਧਾਰਥ। ਮਹਾਵੀਰ ਦੇ ਬਚਪਨ ਦਾ ਨਾਮ ਵਰਧਮਾਨ, ਪਿਤਾ ਦਾ ਨਾਮ ਸਿਧਾਰਥ ਸੀ, ਜਿਹੜੇ ਕਸ਼ੱਤਰੀ ਕਬੀਲੇ ਨੇ। ਕਈ ਵਾਰੀ ਇਹ ਵੀ ਪ੍ਰਸ਼ਨ ਪੁੱਛਿਆ ਗਿਆ ਪਿਤਾ ਕਿਹੜੇ ਕਬੀਲੇ ਨਾਲ ਸੰਬੰਧ ਰੱਖਦੇ ਸੀ, ਤਾਂ ਕਸ਼ੱਤਰੀ ਕਬੀਲੇ ਦੇ ਜੰਤਰਿਕਾ ਦੇ ਮੁਖੀ ਸੀਗੇ ਉਹ। ਅਤੇ ਮਾਤਾ ਸੀ ਉਸ ਦਾ ਨਾਮ ਤ੍ਰਿਸ਼ਲਾ, ਅਤੇ ਉਹ ਲਿਸ਼ਵੀ ਵੰਸ਼ ਦਾ ਜਿਹੜਾ ਚੇਟਕ ਸੀ ਉਸ ਦੀ ਭੈਣ ਸੀ। ਲਿਸ਼ਵੀ ਵੰਸ਼ ਨਾਲ ਸੰਬੰਧ ਸੀ ਮਾਤਾ ਦਾ। ਮਹਾਵੀਰ ਵਾਸਤੇ ਸਿੱਖਿਆ ਦਾ ਜਿਹੜਾ ਵਧੀਆ ਪ੍ਰਬੰਧ ਕੀਤਾ ਗਿਆ, ਪਰ ਉਹਨਾਂ ਦਾ ਧਿਆਨ ਇਸ ਪਾਸੇ ਨਹੀਂ ਲੱਗਿਆ। ਤਾਂ ਫਿਰ ਉਹਨਾਂ ਦਾ ਧਿਆਨ ਲਾਉਣ ਵਾਸਤੇ ਉਹਨਾਂ ਦਾ ਵਿਆਹ ਪਿਤਾ ਨੇ ਇੱਕ ਸੁੰਦਰ ਰਾਜਕੁਮਾਰੀ ਯਸ਼ੋਦਾ ਜਾਂ ਯਸ਼ੋਧਰਾ ਵੀ ਲਿਖਿਆ ਹੁੰਦਾ, ਯਸ਼ੋਧਰਾ ਨਾਲ ਕਰ ਦਿੱਤਾ। ਵਿਆਹ ਸਮੇਂ ਉਸਦੀ ਉਮਰ ਬਾਰੇ ਹਜੇ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਹੈ। ਉਹਨਾਂ ਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ, ਤਾਂ ਉਸ ਦਾ ਨਾਂ ਰੱਖਿਆ ਗਿਆ ਜੀ ਪ੍ਰਿਆ ਦਰਸ਼ਨਾ ਜਾਂ ਅਨੁਜਾ ਵੀ ਕਿਹਾ ਜਾਂਦਾ ਸੀ। ਅਤੇ ਉਹ ਪ੍ਰਿਆ ਦਰਸ਼ਨਾ ਆਪਣੀ ਪੁੱਤਰੀ ਦਾ ਵਿਆਹ ਉਹਨਾਂ ਨੇ ਜਾਮਲੀ ਨਾਂ ਦੇ ਵਿਅਕਤੀ ਨਾਲ ਕੀਤਾ, ਜਿਹੜਾ ਬਾਅਦ ਦੇ ਵਿੱਚ ਉਹਨਾਂ ਦਾ ਇੱਕ ਚੇਲਾ ਵੀ ਬਣਿਆ ਜਾਮਲੀ। ਉਹਨਾਂ ਜਵਾਈ ਦਾ ਨਾਂ ਸੀ ਜਾਮਲੀ। ਤਾਂ ਮਹਾਨ ਤਿਆਗ ਅਤੇ ਗਿਆਨ ਦੀ ਪ੍ਰਾਪਤੀ। ਹੁਣ ਜਦੋਂ ਵਿਆਹ ਦੇ ਬਾਵਜੂਦ ਵੀ ਉਹਨਾਂ ਜਿਹੜਾ ਰਾਹ ਦੇ ਵਿੱਚ ਧਾਰਮਿਕ ਰੁਚੀਆਂ ਦੇ ਰਾਹ ਵਿੱਚ ਕੋਈ ਰੋੜਾ ਨਾ ਬਣ ਸਕਿਆ, ਤਾਂ ਉਹਨਾਂ ਦਾ ਗ੍ਰਹਿਸਥੀ ਜੀਵਨ, ਤਾਂ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਭਰਾ ਨੰਦੀ ਵਰਮਨ ਤੋਂ, ਵੱਡੇ ਭਰਾ ਦਾ ਨਾਂ ਕੀ ਹੈ ਆਨੰਦੀ ਵਰਮਨ ਤੋਂ ਇਜਾਜ਼ਤ ਲੈ ਕੇ ਘਰ-ਬਾਰ ਤਿਆਗ ਕੇ ਜੰਗਲਾਂ ਦੀ ਖੋਜ ਵਿੱਚ ਨਿਕਲ ਪਏ। ਤਾਂ ਰਿਜੂਪਾਲਕ ਨਦੀ ਦੇ ਨੇੜੇ, ਕਿਹੜੀ ਨਦੀ ਦੇ, ਰਿਜੂਪਾਲਕ ਨਦੀ ਦੇ ਨੇੜੇ ਜਰਿਮਥ੍ਰਿਕ ਗ੍ਰਾਮ ਵਿਖੇ ਕੇਵਲਜ ਗਿਆਨ, ਕੇਵਲਜ ਗਿਆਨ ਦਾ ਮਤਲਬ ਹੁੰਦਾ ਸਰਵ ਉੱਚ ਗਿਆਨ, ਸਾਰਿਆਂ ਤੋਂ ਉੱਚਾ ਗਿਆਨ ਪ੍ਰਾਪਤ ਹੋਇਆ। ਅਤੇ ਗਿਆਨ ਪ੍ਰਾਪਤੀ ਤੋਂ ਬਾਅਦ ਵਰਧਮਾਨ ਕੀ ਅਖਵਾਏ, ਉਹ ਜਨ ਕੀ ਅਖਵਾਏ, ਵਰਧਮਾਨ ਜਨ। ਜਨ ਦਾ ਮਤਲਬ ਹੁੰਦਾ ਜੀ ਇਸ ਇੰਦਰੀਆਂ 'ਤੇ ਜੇਤੂ, ਅਤੇ ਮਹਾਵੀਰ ਦਾ ਅਰਥ ਹੈ ਮਹਾਨ ਜੇਤੂ। ਤਾਂ ਗਿਆਨ ਪ੍ਰਾਪਤੀ ਸਮੇਂ ਮਹਾਵੀਰ ਦੀ ਉਮਰ ਕਿੰਨੀ ਸੀ, 42 ਵਰ੍ਹੇ। ਇੰਪੋਰਟੈਂਟ ਹੈ 42 ਵਰ੍ਹੇ। ਤਾਂ ਇਸ ਤੋਂ ਬਾਅਦ ਜੀ ਧਰਮ ਪ੍ਰਚਾਰ। ਗਿਆਨ ਪ੍ਰਾਪਤੀ ਤੋਂ ਬਾਅਦ ਫਿਰ ਉਹ ਮਹਾਵੀਰ ਲੋਕਾਂ ਵਿੱਚ ਫੈਲੇ ਅੰਧ ਵਿਸ਼ਵਾਸ ਨੂੰ ਦੂਰ ਕਰਨ ਦੇ ਲਈ ਸੱਚਾ ਮਾਰਗਦਰਸ਼ਨ ਦੇ ਲਈ ਉਪਦੇਸ਼ਾਂ ਦਾ ਪ੍ਰਚਾਰ ਕੀਤਾ। ਤਾਂ ਉਹਨਾਂ ਦੇ ਉਪਦੇਸ਼ਾਂ ਤੋਂ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਪ੍ਰਭਾਵਿਤ ਹੋਏ ਅਤੇ ਪੈਰੋਕਾਰ ਬਣੇ। ਤਾਂ ਉਹਨਾਂ ਦੇ ਪ੍ਰਸਿੱਧ ਜਿਹੜੇ ਕੇਂਦਰ ਸੀ ਰਾਜਗ੍ਰਹਿ, ਵੈਸ਼ਾਲੀ, ਕੌਸ਼ਲ, ਮਿਥਿਲਾ, ਵਧੇਈ ਅਤੇ ਅੰਗ। ਜੈਨ ਪਰੰਪਰਾ ਦੇ ਅਨੁਸਾਰ ਬਿੰਬੀਸਾਰ ਸੀ ਜਿਹੜਾ ਸ਼ਾਸਕ ਬਿੰਬੀਸਾਰ ਸੀ, ਅਤੇ ਉਹਦਾ ਲੜਕਾ ਜਾਤਸ਼ਤਰੂ ਨੇ ਜੈਨ ਮਤ ਨੂੰ ਸਵੀਕਾਰ ਕਰ ਲਿਆ ਸੀ। ਤਾਂ ਨਿਰਵਾਣ 30 ਵਰ੍ਹਿਆਂ ਤੱਕ ਆਪਣਾ ਪ੍ਰਚਾਰ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਤਾਂ 72 ਵਰ੍ਹਿਆਂ ਦੀ ਉਮਰ ਦੇ ਵਿੱਚ ਉਹਨਾਂ ਨੇ ਪਾਵਾ ਆਧੁਨਿਕ ਪਟਨਾ ਬਿਹਾਰ ਦੇ ਵਿੱਚ 527 ਈਸਵੀ ਪੂਰਵ ਦੇ ਉਹਨਾਂ ਨੇ ਨਿਰਵਾਣ ਜਿਹੜਾ ਪ੍ਰਾਪਤ ਕੀਤਾ, ਮੁਕਤੀ ਪ੍ਰਾਪਤ ਕੀਤੀ। ਅਤੇ ਉਸ ਸਮੇਂ ਮਹਾਵੀਰ ਜੀ ਦੇ 14,000 ਜਿਹੜੇ ਪੈਰੋਕਾਰ ਸੀ। 72 ਵਰ੍ਹਿਆਂ ਦੀ ਉਮਰ ਦੇ ਵਿੱਚ ਮਹਾਤਮਾ ਬੁੱਧ ਨੂੰ 80 ਵਰ੍ਹਿਆਂ ਦੀ ਉਮਰ ਦੇ ਵਿੱਚ ਨਿਰਵਾਣ ਪ੍ਰਾਪਤ ਹੋਇਆ ਸੀ। ਤਾਂ ਇਹਨਾਂ ਨੂੰ 72 ਵਰ੍ਹਿਆਂ ਦੀ ਉਮਰ ਸੀ ਇਹਨਾਂ ਦੀ। ਪਾਵਾ ਪਟਨਾ ਵਿਖੇ 527 ਈਸਵੀ ਪੂਰਵ ਦੇ ਵਿੱਚ ਨਿਰਵਾਣ ਦੀ ਪ੍ਰਾਪਤੀ ਹੋਈ। ਤਾਂ ਹੁਣ ਅਸੀਂ ਦੇਖਦੇ ਇਹਨਾਂ ਦੀਆਂ ਸਿੱਖਿਆਵਾਂ। ਮਹਾਵੀਰ ਸਵਾਮੀ ਮਹਾਵੀਰ ਦੀਆਂ ਸਿੱਖਿਆਵਾਂ, ਟੀਚਿੰਗ ਆਫ ਲਾਰਡ ਮਹਾਵੀਰ। ਤਾਂ ਸਭ ਤੋਂ ਪਹਿਲਾਂ ਦੇਖਾਂਗੇ ਅਸੀਂ ਤ੍ਰੈ ਰਤਨ, ਵੈਰੀ ਇੰਪੋਰਟੈਂਟ ਹੈ। ਤ੍ਰੈ ਰਤਨ ਦਾ ਸਿਧਾਂਤ ਕਿਸ ਨੇ ਦਿੱਤਾ, ਜੈਨ ਧਰਮ ਨੇ, ਸਵਾਮੀ ਮਹਾਵੀਰ ਨੇ। ਤ੍ਰੈ ਰਤਨ ਦਾ ਮਤਲਬ ਹੈ 3 ਰਤਨ ਦੱਸੇ ਗਏ ਸੀ। ਰਾਈਟ ਫੇਥ, ਜਿਹੜੇ ਹੋ ਗਏ ਰਾਈਟ ਫੇਥ, ਰਾਈਟ ਨੌਲੇਜ, ਰਾਈਟ ਕੰਡਕਟ, ਸੱਚੀ ਸ਼ਰਧਾ,
ਸੱਚਾ ਗਿਆਨ ਅਤੇ ਸੱਚਾ ਆਚਰਣ। ਇਹਨਾਂ ਪਹਿਲਾ ਸੱਚੀ ਸ਼ਰਧਾ ਦਾ ਮਤਲਬ ਕੀ ਹੈ ਵੀ 24 ਤੀਰਥੰਕਰਾਂ ਦੇ ਵਿੱਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ। ਸੱਚਾ ਗਿਆਨ ਦਾ ਮਤਲਬ ਕੀ ਹੈ, ਤੀਰਥੰਕਰਾਂ ਦੁਆਰਾ ਜਿਹੜੇ ਉਪਦੇਸ਼ ਦਿੱਤੇ ਗਏ ਆ, ਸੱਚਾ ਗਿਆਨ ਹਾਸਲ ਉਸ ਤਰ੍ਹਾਂ ਕਰਨਾ ਚਾਹੀਦਾ ਅਤੇ ਫਜ਼ੂਲ ਦੇ ਰੀਤੀ ਰਿਵਾਜ਼ਾਂ ਵਿੱਚ ਨਹੀਂ ਪੈਣਾ ਚਾਹੀਦਾ। ਸਾਡਾ ਹੀ ਸੱਚਾ ਆਚਰਣ ਤੋਂ ਭਾਵ ਹੈ ਕਿ ਮਨੁੱਖ ਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ। ਸੈਕਿੰਡ ਪੁਆਇੰਟ ਹੈ ਜੀ ਅਹਿੰਸਾ। ਜੈਨ ਧਰਮ ਅਤੇ ਬੁੱਧ ਧਰਮ ਦੋਹਾਂ ਦਾ ਜਿਹੜੀ ਸਿੱਖਿਆਵਾਂ ਦੇ ਵਿੱਚ ਅਹਿੰਸਾ ਇੱਕ ਕਾਮਨ ਪੁਆਇੰਟ ਹੈ ਇਹਨਾਂ ਦਾ। ਤੋਂ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸੀ। ਉਹਨਾਂ ਨੇ ਜੈਨ ਧਰਮ ਦੀ ਆਧਾਰਸ਼ਿਲਾ ਕਿਹਾ ਅਹਿੰਸਾ ਨੂੰ। ਤਾਂ ਅਹਿੰਸਾ ਤੋਂ ਭਾਵ ਸੀ ਵੀ ਕਿਸੇ ਜਾਨਦਾਰ ਚੀਜ਼ ਨੂੰ ਕਸ਼ਟ ਨਾ ਦੇਣਾ। ਪਸ਼ੂਆਂ ਜਾਂ ਰੁੱਖਾਂ ਦੇ ਇਲਾਵਾ ਪੱਥਰਾਂ ਵਿੱਚ ਵੀ ਕਹਿੰਦੇ ਜਾਨ ਹੁੰਦੀ ਹੈ ਅਤੇ ਇਸ ਕਾਰਨ ਜੀਵਾਂ ਜਾਂ ਨਿਰਜੀਵ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ। ਤੋਂ ਉਹਨਾਂ ਇਸ ਉਦੇਸ਼ ਨਾਲ ਜੈਨੀ ਹਮੇਸ਼ਾ ਨੰਗੇ ਪੈਰੀ ਚੱਲਦੇ ਸੀ। ਮੂੰਹ 'ਤੇ ਇੱਕ ਪੱਟੀ ਬੰਨ੍ਹੇ ਵਾਲੇ ਤੁਸੀਂ ਦੇਖੇ ਹੋਣਗੇ ਵੀ ਆਦਮੀ ਨੇ ਪੱਟੀ ਬੰਨ੍ਹੀ ਹੁੰਦੀ ਹੈ ਮੂੰਹ 'ਤੇ, ਠੀਕ ਹੈ, ਉਹ ਜੈਨੀ ਹੁੰਦੇ ਨੇ। ਤਾਂ ਉਹਨਾਂ ਦਾ ਆਖਰ ਵੀ ਹਵਾ ਜਦੋਂ ਮੂੰਹ ਰਾਹੀਂ ਜਾਂਦੀ ਤਾਂ ਕਈ ਵਾਰੀ ਜੀਵ ਅੰਦਰ ਚਲੇ ਜਾਂਦੇ, ਇਸ ਕਰਕੇ ਮੂੰਹ 'ਤੇ ਵੀ ਪੱਟੀ ਬੰਨ੍ਹ ਕੇ ਰੱਖਦਾ ਵੀ ਕਿਤੇ ਜਿਹੜੀ ਹਿੰਸਾ ਦਾ ਰੂਪ ਮਤਲਬ ਕਿ ਕੋਈ ਜੀਵ ਕਸ਼ਟ ਨਾ ਆ ਜਾਏ ਕਿਸੇ ਨੂੰ, ਪੈਰਾਂ ਥੱਲੇ ਵੀ ਕੋਈ ਜੀਵ ਆ ਕੇ ਨਾ ਮਰੇ, ਤਾਂ ਕਰਕੇ ਨੰਗੇ ਪੈਰੀ ਚੱਲਦੇ ਨੇ। ਤਾਂ ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਦੇ ਆ। ਪਾਣੀ ਵੀ ਛਾਣ ਕੇ ਪੀਂਦੇ ਆ। ਤਾਂ ਸੂਰਜ ਛਿਪਣ ਤੋਂ ਬਾਅਦ ਭੋਜਨ ਵੀ ਉਹ ਨਹੀਂ ਖਾਂਦੇ। ਤਾਂ ਇਹਨਾਂ ਦਾ ਸੀ ਅਹਿੰਸਾ। ਕਠੋਰ ਤਪ 'ਤੇ ਉਹਨਾਂ ਨੇ ਕਠੋਰ ਤਪ ਦਾ ਰਸਤਾ ਜਿਹੜਾ ਅਪਣਾਇਆ। ਆਪ ਖੁਦ ਮਹਾਂਵੀਰ ਜੀ 12 ਵਰ੍ਹਿਆਂ ਤੋਂ ਕਠੋਰ ਤਪ ਤੋਂ ਬਾਅਦ ਜਿਹੜੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ, ਤਾਂ ਉਹਨਾਂ ਦੇ ਅਨੁਸਾਰ ਕਠੋਰ ਤਪ ਰਾਹੀਂ ਮੁਕਤੀ ਪ੍ਰਾਪਤ ਜਿਹੜੀ ਕੀਤੀ ਜਾ ਸਕਦੀ ਹੈ। ਤਾਂ ਉਹ ਆਪਣੇ ਸਰੀਰ ਨੂੰ ਜਿਹੜੇ ਜੈਨੀ ਲੋਕ ਆ ਵੱਧ ਤੋਂ ਵੱਧ ਕਸ਼ਟ ਦਿੰਦੇ। 5 ਅਣੂ ਵਰਤ ਆਪਾਂ ਪਿੱਛੇ ਵੀ ਗੱਲ ਕੀਤੀ ਸੀ। ਪਰਸ਼ੂਨਾਥ ਦੇ ਵਿੱਚ 4 ਉਹਨਾਂ ਨੇ ਦਿੱਤੇ ਸੀਗੇ, ਤਾਂ 5ਵਾਂ ਸੀ ਜਿਹੜਾ ਉਹ ਭਗਵਾਨ ਮਹਾਂਵੀਰ ਨੇ। ਸੱਚ ਬੋਲਣਾ ਸੀ, ਅਹਿੰਸਾ ਦੀ ਨੀਤੀ 'ਤੇ ਚੱਲਣਾ, ਕੋਈ ਵੀ ਅਜਿਹੀ ਵਸਤੂ ਆਪਣੇ ਕੋਲ ਨਹੀਂ ਰੱਖਣੀ ਜਿਹੜੀ ਉਹਨਾਂ ਨੂੰ ਦਾਨ ਵਿੱਚ ਪ੍ਰਾਪਤ ਹੋਈ ਹੋਵੇ, ਉਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ ਅਤੇ ਉਸ ਨੂੰ ਬ੍ਰਹਮਚਰੀ ਦਾ ਪਾਲਣਾ ਕਰਨਾ ਚਾਹੀਦਾ। ਅਤੇ ਬ੍ਰਹਮਚਰੀ ਸੀ ਜਿਹੜਾ ਭਗਵਾਨ ਮਹਾਂਵੀਰ ਨੇ ਜੋੜਿਆ ਸੀਗਾ ਵਿੱਚ। ਤਾਂ ਇਸ ਤੋਂ ਅੱਗੇ ਦੇਖਦੇ ਹਾਂ ਜੀ ਅਸੀਂ ਸਮਾਨਤਾ ਵਿੱਚ ਵਿਸ਼ਵਾਸ। ਭਗਵਾਨ ਮਹਾਂਵੀਰ ਜਿਹੜੇ ਸੀਗੇ ਉਹ ਸਮਾਨਤਾ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਸੀ। ਕੋਈ ਉਹਨਾਂ ਦੇ ਨਜ਼ਰ ਦੇ ਵਿੱਚ ਅਮੀਰ ਗਰੀਬ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਕਰਮ ਸਿਧਾਂਤ ਵਿੱਚ ਵਿਸ਼ਵਾਸ। ਕਰਮ ਥਿਊਰੀ ਦੇ ਵਿੱਚ ਵੀ ਫਿੱਟ ਸੀ ਉਹਨਾਂ ਦਾ। ਕਹਿੰਦੇ ਸੀ ਵੀ ਜਿਹੋ ਜਿਹਾ ਮਨੁੱਖ ਇਸ ਸਮੇਂ ਦੇ ਵਿੱਚ ਕਰਮ ਕਰਦਾ ਆਪਣੇ ਇਸ ਜੀਵਨ ਦੇ ਵਿੱਚ, ਤਾਂ ਉਸਦਾ ਫਲ ਉਸਨੂੰ ਅਗਲੇ ਜੀਵਨ ਦੇ ਵਿੱਚ ਮਿਲਦਾ। ਜੇ ਉਹ ਚੰਗੇ ਕਰਮ ਕਰਦਾ ਤਾਂ ਚੰਗਾ ਫਲ ਮਿਲੂਗਾ, ਜੇ ਮਾੜੇ ਕੰਮ ਕਰਦਾ ਤਾਂ ਮਾੜਾ ਫਲ ਮਿਲੂਗਾ। ਮਤਲਬ ਉਹ ਆਵਾਗਮਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ। ਸ਼ੁੱਧ ਆਚਰਣ, ਗੁੱਡ ਕਰੈਕਟਰ, ਇਹ 'ਤੇ ਵਿਸ਼ੇਸ਼ ਮਹੱਤਵ ਦਿੱਤਾ ਉਹਨਾਂ ਨੇ। ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ, ਚੁਗਲੀ ਨਹੀਂ ਕਰਨੀ ਚਾਹੀਦੀ, ਨਿੰਦਿਆ ਕਿਸੇ ਦੇ ਜਾਂ ਲਾਲਚ ਬੁਰਾਈਆਂ ਸਭ ਤੋਂ ਦੂਰ ਰਹਿਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ। ਮਨੁੱਖ ਨੂੰ ਪਾਪੀ ਨਾਲ ਨਹੀਂ ਸਗੋਂ ਉਸਦੇ ਪਾਪਾਂ ਦੇ ਨਾਲ ਨਫ਼ਰਤ ਕਰਨੀ ਚਾਹੀਦੀ ਹੈ। 24 ਤੀਰਥੰਕਰਾਂ ਦੀ ਪੂਜਾ। ਜੈਨ ਧਰਮ ਨੂੰ ਮੰਨਣ ਵਾਲੇ 24 ਤੀਰਥੰਕਰਾਂ ਨੂੰ ਆਪਣਾ ਦੇਵਤਾ ਮੰਨ ਕੇ ਉਹਦੀ ਪੂਜਾ ਕਰਦੇ। ਤਾਂ ਉਹਨਾਂ ਵਿੱਚ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਉਹਨਾਂ ਦਾ ਕਿ ਉਹਨਾਂ ਮਨੁੱਖ ਨੂੰ ਨਿਰਵਾਣ ਤਾਂ ਹੀ ਪ੍ਰਾਪਤ ਹੁੰਦਾ। ਯੱਗ ਅਤੇ ਬਲੀਆਂ ਵਿੱਚ ਅਵਿਸ਼ਵਾਸ। ਉਹਨਾਂ ਨੇ ਯੱਗ ਅਤੇ ਬਲੀਆਂ ਨੂੰ, ਕਿਉਂਕਿ ਉਹ ਹਿੰਸਾ ਦੇ ਤਾਂ ਵਿਰੋਧੀ ਸੀ, ਅਤੇ ਇਸ ਕਰਕੇ ਯੱਗ ਅਤੇ ਬਲੀਆਂ ਨੂੰ ਉਹਨਾਂ ਨੇ ਝੂਠੇ ਰੀਤੀ ਰਿਵਾਜ਼ ਦੱਸਿਆ। ਇਸ ਬਾਹਰੀ ਦਿਖਾਵੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਆਖਿਆ, ਅਤੇ ਇਸ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਵੇਦਾਂ ਅਤੇ ਸੰਸਕ੍ਰਿਤੀ ਭਾਸ਼ਾ ਵਿੱਚ ਅਵਿਸ਼ਵਾਸ। ਉਹਨਾਂ ਦਾ ਉਸ ਸਮੇਂ ਦੇ ਵੇਦ ਜਾਂ ਸੰਸਕ੍ਰਿਤੀ ਭਾਸ਼ਾ ਨੂੰ ਜਿਹੜਾ ਪਵਿੱਤਰਤਾ ਦਰਜਾ ਮਿਲਿਆ ਹੋਇਆ ਸੀ, ਜਿਹੜੇ ਆਮ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆ ਰਹੀ ਸੀ, ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਵਿਸ਼ਵਾਸ ਨਹੀਂ ਪ੍ਰਗਟਾਇਆ। ਤਾਂ ਸਾਰੀਆਂ ਭਾਸ਼ਾ ਨੂੰ ਹੀ ਪਵਿੱਤਰ ਦੱਸਿਆ ਉਹਨਾਂ ਨੇ। ਅਤੇ ਉਹਨਾਂ ਨੇ ਆਪ ਖੁਦ ਅਰਧ ਮਗਧੀ ਭਾਸ਼ਾ ਦੇ ਵਿੱਚ ਜਿਹੜਾ ਪ੍ਰਚਾਰ ਸੀ ਉਹ ਕੀਤਾ। ਮਹਾਤਮਾ ਬੁੱਧ ਨੇ ਪਾਲੀ ਭਾਸ਼ਾ ਦੇ ਵਿੱਚ ਅਤੇ ਭਗਵਾਨ ਮਹਾਂਵੀਰ ਨੇ ਅਰਧ ਮਗਧੀ ਭਾਸ਼ਾ ਦੇ ਵਿੱਚ ਪ੍ਰਚਾਰ ਕੀਤਾ, ਜਿਹੜੀ ਉਸ ਸਮੇਂ ਲੋਕਾਂ ਦੀ ਆਮ ਪ੍ਰਚਲਿਤ ਭਾਸ਼ਾ ਸੀ। ਈਸ਼ਵਰ ਵਿੱਚ ਅਵਿਸ਼ਵਾਸ। ਪਰਮਾਤਮਾ ਦੇ ਵਿੱਚ ਵੀ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਸੀ। ਈਸ਼ਵਰ ਨੂੰ ਸੰਸਾਰ ਦੀ ਰਚਨਾ ਪਾਲਣਾ ਅਤੇ ਖਤਮ ਕਰਨ ਵਾਲਾ ਨਹੀਂ ਹੈ ਉਹਨਾਂ ਨੇ ਮੰਨਿਆ। ਨਿਰਵਾਣ ਪ੍ਰਾਪਤ ਕਰਨ ਲਈ ਈਸ਼ਵਰ ਦੀ ਕੋਈ ਜ਼ਰੂਰਤ
ਨਹੀਂ ਹੈ। ਮਨੁੱਖ ਦੀ ਆਤਮਾ ਹੀ ਉਹਨਾਂ ਦੀ ਮਹਾਨ ਸ਼ਕਤੀ ਆ ਅਤੇ ਮਨੁੱਖ ਸਾਦਾ ਅਤੇ ਪਵਿੱਤਰ ਜੀਵਨ ਕਰਕੇ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਨਿਰਵਾਣ, ਨਿਰਵਾਣ ਤੋਂ ਭਾਵ ਹੈ ਕਿ ਜੀਵਨ ਦਾ ਮੁੱਖ ਉਦੇਸ਼ ਹੀ ਉਹ ਕਹਿੰਦੇ ਵੀ ਨਿਰਵਾਣ ਪ੍ਰਾਪਤ ਕਰਨਾ, ਆਵਾਗਾਉਣ ਦੇ ਚੱਕਰਾਂ ਤੋਂ ਮੁਕਤ ਹੋਣਾ। ਜੈਨ ਮਤ ਅਨੁਸਾਰ ਨਿਰਵਾਣ ਤੋਂ ਭਾਵ ਆਵਾਗਾਉਣ ਦੇ ਚੱਕਰਾਂ ਤੋਂ ਮੁਕਤੀ। ਨਿਰਵਾਣ ਪ੍ਰਾਪਤੀ ਤੋਂ ਬਾਅਦ ਮਨੁੱਖ ਦਾ ਇਸ ਸੰਸਾਰ ਵਿੱਚ ਜਨਮ ਮਰਨ ਦਾ ਚੱਕਰ ਜਿਹੜਾ ਉਹ ਹਮੇਸ਼ਾ ਲਈ ਖਤਮ ਹੋ ਸਕਦਾ ਅਤੇ ਪੂਰਨ ਸ਼ਾਂਤੀ ਦੀ ਅਵਸਥਾ ਦੇ ਵਿੱਚ ਜਿਹੜਾ ਮਨੁੱਖ ਹੈ ਪਹੁੰਚ ਸਕਦਾ। ਹਾਂਜੀ, ਅੱਜ ਅਸੀਂ ਦੇਖਿਆ ਭਗਵਾਨ ਮਹਾਵੀਰ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ। ਥੈਂਕਸ, ਹੈਵ ਏ ਨਾਈਸ ਡੇ।